चीज़ की चीज़ खिला रही हो? सर मैं साइकिलिंग ਦੇ ਵਿੱਚ ਪੰਜਾਬ 골ਡ ਮੈਡਲਿਸਟ ਹਾਂ ਜੀ। एक बार ਤਾਂ ਮਾਨ ਸਨਮਾਨ ਜ਼ਰੂਰ ਮਿਲਿਆ ਹੋਵੇਗਾ ਜਦੋਂ ਫੋਟੋ ਲੱਗੀ ਵੱਡੀ ਸਾਰੀ ਇੱਕ। ਸਰ ਉਹ ਮਾਨ ਸਨਮਾਨ ਨੂੰ ਕੀ ਕਰਾਂਗੇ ਜਦੋਂ ਘਰ ਦੇ ਹਾਲਾਤ ਤਾਂ ਠੀਕ ਨਹੀਂ ਹੈਗੇ। सर मेरा आज तक किसी भी कोच ने मैंने प्रैक्टिस ही नहीं करवाई, मैं खुद प्रैक्टिस करके गोल्ड मैडल हासिल किए नहीं सी। ਜਿਹੜੇ ਸਾਡੇ MLA ਸਾਹਿਬ ਨੇ ਸ੍ਰੀ ਵਿਜੇਂਦਰ ਸਿੰਗਲਾ ਸਾਹਿਬ, ਮੈਂ ਉਹਨਾਂ ਕੋਲੇ ਵੀ ਐਪਲੀਕੇਸ਼ਨਾਂ ਪਾ ਚੁੱਕੀ ਹਾਂ। ਜਿਹੜੇ ਸਾਡੇ ਸ਼੍ਰੀ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਵੀ ਪਾ ਚੁੱਕੀ ਹਾਂ। ਸਾਡੇ ਜਿਹੜੇ CMO ਕੈਪਟਨ ਸਾਹਿਬ ਨੇਗੇ ਉਹਨਾਂ ਨੂੰ ਵੀ ਐਪਲੀਕੇਸ਼ਨਾਂ ਪਾ ਚੁੱਕੀ ਹਾਂ, ਪਰ ਮੈਨੂੰ ਕਿਸੇ ਵੀ ਐਪਲੀਕੇਸ਼ਨ ਦਾ ਹਜੇ ਤੱਕ ਜਵਾਬ ਨਹੀਂ ਦਿੱਤਾ ਗਿਆ ਸੀ। ਦੁੱਖ ਦਾ ਹੀ ਸਾਨੂੰ ਬਹੁਤ ਜ਼ਿਆਦਾ ਹੈਗਾ। ਜਦੋਂ ਤਾਂ ਨਾ ਹੀ ਪੜ੍ਹਾਉਂਦੇ ਜੀ, ਅਨਪੜ੍ਹ ਰਹਿ ਜਾਂਦੇ। ਸਾਨੂੰ ਸੁੱਖ ਤਾਂ ਸਾਨੂੰ ਲੋਕ ਤਾਂ ਨਾ ਤਾਨੇ ਮਾਰਦੇ ਜੀ, ਨਾ ਗੇਮ ਨਾ ਚੈੱਕ ਕਰਵਾਉਂਦੇ। ਅਸੀਂ ਲੋਕਾਂ ਦੇ ਤਾਨੇ ਨਾ ਅਸੀਂ ਸਹਿੰਦੇ ਜੀ। ਮੰਮਾ ਵੀ ਮੇਰੇ ਕਹਿੰਦੇ ਨੇ ਵੀ ਤੂੰ ਹੁਣ ਗੇਮ ਛੱਡ ਦੇ, ਵੀ ਜਿਹੜੇ ਇਹ ਮੈਡਲ ਐਂਡ ਸਰਟੀਫਿਕੇਟ ਟਰੋਫੀਆਂ ਜੋ ਵੀ ਨੇਗੀਆਂ ਉਹ ਕੈਪਟਨ ਸਰਕਾਰ ਦੀ ਝੋਲੀ ਵਿੱਚ ਹੀ ਪਾਇਆ ਤਾਂ ਜੋ ਉਹਨਾਂ ਨੂੰ ਖੁਸ਼ੀ ਮਿਲ ਜੇ। ਜਿਹੜੀ ਅਸੀਂ ਪੁਲ ਤੇ ਫੋਟੋ ਲੱਗੀ ਅਸੀਂ ਉਹ ਵੀ ਪੱਟ ਕੇ ਜੀ ਸਿੰਗਲੇ ਦੀ ਝੋਲੀ 'ਚ ਪਾਵਾਂਗੇ, ਨਾ ਕੈਪਟਨ ਸਾਹਿਬ ਦੀ ਝੋਲੀ 'ਚ ਪਾਵਾਂਗੇ ਵੀ। ਮੈਂ ਮਾਰਨਿੰਗ ਟਾਈਮ ਆਪਣੀ ਪ੍ਰੈਕਟਿਸ ਕਰਨ ਜਾਂਦੀ ਹਾਂ, ਫਿਰ ਮੈਂ ਆ ਕੇ ਮੰਮਾ ਨਾਲ ਘਰ ਦੇ ਕੰਮ ਕਰਵਾਉਂਦੀ ਹਾਂ। ਫਿਰ ਮੈਂ ਖੇਤਾਂ ਦੇ ਵਿੱਚ ਆਪਣੀ ਮੰਮੀ ਦੇ ਨਾਲ ਆ ਕੇ ਜੀਰੀ ਲਗਾਉਂਦੀ ਹਾਂ ਜੀ। ਫਿਰ ਸ਼ਾਮ ਨੂੰ ਜਾ ਕੇ ਫਿਰ ਕੰਮ ਕਰਵਾ ਕੇ ਫਿਰ ਮੈਂ ਆਪਣੀ ਸਟੱਡੀ ਕਰਦੀ ਹਾਂ। ਫਿਰ ਡਾਈਟ ਕਿੱਥੋਂ? ਸਰ ਮੈਂ ਸੁੱਕੀਆਂ ਰੋਟੀਆਂ ਖਾ ਕੇ ਹੀ 골ਡ ਮੈਡਲ ਹਾਸਿਲ ਕੀਤੇ ਨੇ, ਕਿਉਂਕਿ ਨਹੀਂ ਤਾਂ ਮੈਂ ਨੈਸ਼ਨਲ ਦੇ ਵਿੱਚ ਵੀ ਮੈਡਲ ਲੈ ਸਕਦੀ ਸੀ। ਜਿੱਦੇ ਦੀ ਇਹ ਗੇਮ ਕਰਦੀ ਹੈ ਅਸੀਂ 50 ਵਾਰ ਜਾ ਚੁੱਕੇ ਜੀ। ਸਿੰਗਲੇ ਸਾਹਿਬ ਨੇ ਸਾਨੂੰ ਇੱਕ ਨਹੀਂ ਸੁਣੀ ਹੈਗੀ ਜੀ। ਅਜੇ ਕਹਿ ਦਿੰਦੇ ਬੇਟੀ ਪੜਾਓ ਬੇਟੀ ਬਚਾਓ। ਬੇਟੀ ਪੜਾ ਕੇ ਕੀ ਕਰਨਾ? ਸੋ ਕਦੀ ਜੰਮਦੀਆਂ ਨੂੰ ਮਾਰ ਦਈਏ, ਇਦੋਂ ਤਾਂ ਸਖਾਲੇ ਅਸੀਂ ਹੋ ਜਾਈਏ ਜੀ। ਆਹ ਤਾਂ ਨਾ ਸਾਨੂੰ ਦਿਨ ਦੇਖਣੇ ਪੈਣੇ ਜੀ। डेली पोस्ट देख रहे सारे दर्शकों का मेरे वालों जाने कि सुखा खेड़ी वालों स्वागत है। सरकारां दी जेकर गल करिए तां सरकार कई वार अजिहे लोगों नूं अणगौलिया अनदेखा कर दिंदी है जिहड़े कि आउण वाले समय दे विच पंजाब दा नां रोशन करदे ने। जी हाँ, खिडारी अजिहे ने जो देश दा ते सूबे दा शहर दा नां रोशन करदे ने, पर जेकर खिडारियां नूं इन्हां हालातां दे विच मजदूरी मेहनत मजदूरी करनी पै जे तां किस तरह होएगा। तस्वीरां तुहानूं ਅਸੀਂ ਸੰਗਰੂਰ ਦੀਆਂ ਦਿਖਾਵਾਂਗੇ, ਜ਼ਿਲ੍ਹਾ ਸੰਗਰੂਰ ਦੇ ਨਾਲ ਲੱਗਦੇ ਪਿੰਡ ਦੀਆਂ, ਜਿੱਥੇ ਦੀ ਇੱਕ ਲੜਕੀ ਖਿਡਾਰਨ ਆ ਜੋ ਸਾਈਕਲਿੰਗ ਦੀ ਏਡੀ ਜ਼ਿਆਦਾ ਵੱਡੀ ਖਿਡਾਰਨ ਆ ਕਿ ਉਸਨੇ ਨੈਸ਼ਨਲ ਲੈਵਲ ਤੇ ਜੋ ਮੈਡਲ ਨੇ ਉਹ ਜਿੱਤੇ ਹੋਏ ਨੇ। ਸਿਰਫ ਮੈਡਲ ਹੀ ਨਹੀਂ, ਬਹੁਤ ਸਾਰੇ ਇਨਾਮ ਜਿਹੜੇ ਇਹਨਾਂ ਵੱਲੋਂ ਜਿੱਤੇ ਹੋਏ ਨੇ, ਜਿਸ ਨੂੰ ਲੈ ਕੇ ਇਹਨਾਂ ਦੀ ਇੱਕ ਤਸਵੀਰ ਸੰਗਰੂਰ ਦੇ ਇੱਕ ਵੱਡੇ ਪੁਲ ਤੇ ਜਿਹੜੀ ਹੈਗੀ ਆ ਬਣਾਈ ਹੋਈ ਆ। ਉਹ ਤਸਵੀਰ ਇਸ ਕਰਕੇ ਬਣਾਈ ਹੋਈ ਆ ਤਾਂ ਜੋ ਆਉਣ ਜਾਣ ਵਾਲੇ ਲੋਕ ਨੇ ਜਾਂ ਬੱਚੇ ਨੇ ਜਾਂ ਖਿਡਾਰੀ ਨੇ ਉਹ ਇੰਸਪਾਇਰ ਹੋ ਸਕਣ, ਇਹਨਾਂ ਤੋਂ ਸਿੱਖਿਆ ਸੇਧ ਲੈ ਸਕਣ ਕਿ ਕਿਸ ਤਰ੍ਹਾਂ ਖੇਡਾਂ ਦੇ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਨਾ। ਪਰ ਹਾਲਾਤ ਇਹੋ ਜਿਹੇ ਨੇ ਕਿ ਹੁਣ ਇਹਨਾਂ ਨੂੰ ਆਪਣਾ ਘਰ ਚਲਾਉਣ ਦੇ ਲਈ ਮਿਹਨਤ ਮਜ਼ਦੂਰੀ ਕਰਨੀ ਪੈ ਰਹੀ ਆ, ਦਿਹਾੜੀ ਕਰਨੀ ਪੈ ਰਹੀ ਆ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਝੋਨਾ ਲਗਾਉਣ ਦਾ ਜਿਹੜਾ ਕੰਮ ਆ ਵਰਦੀ ਧੁੱਪ ਦੇ ਵਿੱਚ ਉਹ ਆਪਣੀ ਮਾਂ ਦੇ ਨਾਲ ਇੱਕ ਖਿਡਾਰਨ ਜਿਹੜੀ ਹੈਗੀ ਆ ਉਹ ਮਿਹਨਤ ਕਰ ਰਹੀ ਆ। ਹਾਲਾਂਕਿ ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ ਆ, ਪਰ ਕਿਤੇ ਨਾ ਕਿਤੇ ਜੋ ਮੁਕਾਮ ਇਸ ਲੜਕੀ ਨੂੰ ਮਿਲਣਾ ਚਾਹੀਦਾ ਸੀ, ਜੋ ਅਹੁਦਾ ਮਿਲਣਾ ਚਾਹੀਦਾ ਸੀ, ਉਹ ਉਸ ਚੀਜ਼ ਤੋਂ ਵਾਂਝੇ ਨੇ। नहीं मिलिया। दुख जरूर जाहिर किया समय समय इन्हां वल्लों कि आखिरकार सरकार इन्हां दी पुकार सुन लवे, पर नहीं अजिहा नहीं हुंदा जिस नूं लैके इन्हां वल्लों दिहाड़ी मजदूरी करन लई मजबूर होना पै रहा। माता दे नाल ने अते नाल ही जिहड़ा हैगा लड़की खिडारन आ ते गलबात कर लैंदे आ इन्हां नाल जी। पहला तो अपना नाम दसो जी। हाँ जी, की नाम? सर बलजीत कौर जी। ਕਿਹੜੀ ਚੀਜ਼ ਦੀ ਤੁਸੀਂ ਖਿਡਾ ਰਹੀ ਹੋ? ਸਰ ਮੈਂ ਸਾਈਕਲਿੰਗ ਦੇ ਵਿੱਚ ਪੰਜਾਬ 골ਡ ਮੈਡਲਿਸਟ ਹਾਂ ਜੀ। ਜੀ, ਤੇ ਕਿੰਨੇ ਕੁ ਸਮੇਂ ਤੋਂ ਫਿਰ ਤੁਸੀਂ ਛੱਡਿਆ ਹੋਇਆ ਹੁਣ ਕੰਮ? ਸਰ ਨਹੀਂ, ਮੈਂ ਮਾਰਨਿੰਗ ਟਾਈਮ ਆਪਣੀ ਪ੍ਰੈਕਟਿਸ ਕਰਨ ਜਾਂਦੀ ਹਾਂ, ਫਿਰ ਮੈਂ ਆ ਕੇ ਮੰਮਾ ਨਾਲ ਘਰ ਦੇ ਕੰਮ ਕਰਵਾਉਂਦੀ ਹਾਂ। ਫਿਰ ਮੈਂ ਖੇਤਾਂ ਦੇ ਵਿੱਚ ਆਪਣੀ ਮੰਮੀ ਦੇ ਨਾਲ ਆ ਕੇ ਜੀਰੀ ਲਗਾਉਂਦੀ ਹਾਂ ਜੀ। ਫਿਰ ਸ਼ਾਮ ਨੂੰ ਜਾ ਕੇ ਫਿਰ ਕੰਮ ਕਰਵਾ ਕੇ ਫਿਰ ਮੈਂ ਆਪਣੀ ਸਟੱਡੀ ਕਰਦੀ ਹਾਂ ਜੀ। ਤੇ ਕਿਹੜੀ ਕਲਾਸ 'ਚ ਪੜ੍ਹਦੇ ਹੋ? ਸਰ ਮੈਂ BA ਫਸਟ ਈਅਰ ਦੇ ਸੈਕਿੰਡ ਸੈਮ 'ਚ ਹੋ ਗਈ ਹਾਂ ਜੀ। ਤੇ
ਕਿ ਇੱਕ ਵਾਰ ਤਾਂ ਮਾਨ ਸਨਮਾਨ ਜ਼ਰੂਰ ਮਿਲਿਆ ਹੋਵੇਗਾ ਜਦੋਂ ਫੋਟੋ ਲੱਗੀ ਵੱਡੀ ਸਰ ਇੱਕ। ਸਰ ਉਹ ਮਾਨ ਸਨਮਾਨ ਨੂੰ ਕੀ ਕਰਾਂਗੇ ਜਦੋਂ ਘਰ ਦੇ ਹਾਲਾਤ ਤਾਂ ਠੀਕ ਨਹੀਂ ਹੈਗੇ। ਜੇ ਘਰ ਦੇ ਹਾਲਾਤ ਠੀਕ ਹੋਣਗੇ ਤਾਂ ਉਹ ਜਿਹੜੀ ਫੋਟੋ ਲੱਗੀ ਹੋਈ ਹੈਗੀ ਤਾਂ ਹੀ ਉਹਨੂੰ ਦੇਖ ਕੇ ਖੁਸ਼ੀ ਹੋਵੇਗੀ। ਉਹ ਜਦੋਂ ਘਰ ਦੇ ਹਾਲਾਤ ਸਹੀ ਨਹੀਂ ਹੈਗੇ ਤਾਂ ਉਹਨੂੰ ਦੇਖ ਕੇ ਕੀ ਖੁਸ਼ ਜ਼ਾਹਿਰ ਕਰ ਲਾਂਗੇ। ਸਰਕਾਰ ਦਾ ਕੋਈ ਨੁਮਾਇੰਦਾ ਕੋਈ ਤੁਹਾਨੂੰ ਕੋਈ ਆਸ਼ਵਾਸਨ ਦਵਾਇਆ ਹੋਵੇ ਵੀ ਹਾਂ ਬਾਹਾਂ ਫੜਾਂਗੇ ਪਰਿਵਾਰ ਦੀ? ਸਰ ਮੈਂ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਸ੍ਰੀ ਵਿਜੇਂਦਰ ਸਿੰਗਲਾ ਸਾਹਿਬ, ਮੈਂ ਉਹਨਾਂ ਕੋਲੇ ਵੀ ਐਪਲੀਕੇਸ਼ਨਾਂ ਪਾ ਚੁੱਕੀ ਹਾਂ। ਜਿਹੜੇ ਸਾਡੇ ਸ੍ਰੀ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਵੀ ਪਾ ਚੁੱਕੀ ਹਾਂ। ਸਾਡੇ ਜਿਹੜੇ ਸੀਐਮਓ ਕੈਪਟਨ ਸਾਹਿਬ ਨੇਗੇ ਉਹਨਾਂ ਨੂੰ ਵੀ ਐਪਲੀਕੇਸ਼ਨਾਂ ਪਾ ਚੁੱਕੀ ਹਾਂ, ਪਰ ਮੈਨੂੰ ਕਿਸੇ ਵੀ ਐਪਲੀਕੇਸ਼ਨ ਦਾ ਹਜੇ ਤੱਕ ਜਵਾਬ ਨਹੀਂ ਦਿੱਤਾ ਗਿਆ ਸੀ। ਕਿੰਨਾ ਕੁ ਦੁੱਖ ਹੁੰਦਾ? ਸਰ ਮੈਨੂੰ ਬਹੁਤ ਦੁੱਖ ਹੁੰਦਾ ਕਿ ਮੈंने ਸਟੱਡੀ ਦੇ ਨਾਲ ਨਾਲ ਗੇਮ ਵੀ ਕੀਤੀ ਔਰ ਅੱਜ ਮੈਨੂੰ ਖੇਤਾਂ ਦੇ ਵਿੱਚ ਜੀਰੀ ਲਗਾਉਣੀ ਪੈ ਰਹੀ ਹੈ ਕਿ ਲੋਕ ਮੈਨੂੰ ਕਹਿੰਦੇ ਨੇਗੇ ਕਿ ਤੂੰ ਤਾਂ ਸਟੱਡੀ ਕੀਤੀ ਸੀ, ਗੇਮ ਕਰਦੀ ਸੀ, ਤੈਨੂੰ ਹਜੇ ਤੱਕ ਗਵਰਨਮੈਂਟ ਨੇ ਕਿਉਂ ਜੌਬ ਨਹੀਂ ਦਿੱਤੀ। ਕੀ ਹਾਲਾਤ ਘਰੇ ਮੈਂਬਰ ਕੌਣ ਕੌਣ ਨੇ? ਮੇਰੇ ਮੰਮਾ ਨੇ, ਬ੍ਰਦਰ ਨੇ ਤੇ ਮੈਂ, ਅਸੀਂ 3 ਜਾਣੇ ਆ। ਪਾਪਾ ਮੇਰੇ ਐਕਸਪਾਇਰ ਹੋ ਗਏ ਸੀ। ਜੀ, ਤੇ ਫਿਰ ਘਰ ਦਾ ਗੁਜ਼ਾਰਾ ਘਰ ਦਾ ਗੁਜ਼ਾਰਾ ਮੇਰੀ ਮੰਮਾ ਪਹਿਲਾਂ ਤਾਂ ਘਰਾਂ ਦੇ ਵਿੱਚ ਝਾੜੂ ਪੋਚੇ ਦਾ ਕੰਮ ਕਰਦੇ ਸੀ ਤੇ ਫਿਰ ਸਾਡਾ ਪਾਲਣ ਪੋਸ਼ਣ ਕਰਦੇ ਸੀ। ਉਹ 3-4 ਹਜ਼ਾਰ ਰੁਪਏ ਨਾਲ ਕੁਝ ਨਹੀਂ ਹੋਣ ਲੱਗਿਆ, ਉਹਨਾਂ ਕੁ ਤਾਂ ਕਿਰਾਏ ਦਾ ਹੀ ਨਿਕਲ ਜਾਂਦਾ ਗਾ ਜੀ। ਤੇ ਜਦੋਂ ਸਾਈਕਲਿੰਗ ਸ਼ੁਰੂ ਕੀਤੀ, ਮਾਨ ਸਨਮਾਨ ਮੈਡਲ ਮਿਲਣੇ ਸ਼ੁਰੂ ਹੋਏ ਤਾਂ ਫਿਰ ਖੁਸ਼ੀ ਤਾਂ ਜ਼ਰੂਰ ਹੋਏਗੀ। ਕੋਚ ਅੱਜ ਤੁਹਾਡੇ ਕਿੱਥੇ ਨੇ? ਸਰ ਮੇਰਾ ਅੱਜ ਤੱਕ ਕਿਸੇ ਵੀ ਕੋਚ ਨੇ ਮੈਨੂੰ ਪ੍ਰੈਕਟਿਸ ਹੀ ਨਹੀਂ ਕਰਵਾਈ। ਮੈਂ ਖੁਦ ਪ੍ਰੈਕਟਿਸ ਕਰਕੇ 골ਡ ਮੈਡਲ ਹਾਸਿਲ ਕੀਤੇ ਨੇ ਸੀ। ਫਿਰ ਡਾਈਟ ਕਿੱਥੋਂ ਲੈਂਦੇ ਸੀ? ਸਰ ਮੈਂ ਸੁੱਕੀਆਂ ਰੋਟੀਆਂ ਖਾ ਕੇ ਹੀ 골ਡ ਮੈਡਲ ਹਾਸਿਲ ਕੀਤੇ ਨੇ, ਕਿਉਂਕਿ ਨਹੀਂ ਤਾਂ ਮੈਂ ਨੈਸ਼ਨਲ ਦੇ ਵਿੱਚ ਵੀ ਮੈਡਲ ਲੈ ਸਕਦੀ ਸੀ, ਕਿਉਂਕਿ ਮੇਰੇ ਕੋਲ ਪ੍ਰੋਪਰ ਡਾਈਟ ਵੀ ਨਹੀਂ ਸੀਗਾ, ਸਹੀ ਕੰਡੀਸ਼ਨ ਦਾ ਸਾਈਕਲ ਵੀ ਨਹੀਂ ਸੀਗਾ, ਤੇ ਇਸ ਲਈ ਮੇਰਾ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਰਹਿ ਗਿਆ ਸੀ। ਲੱਗਦਾ ਕਿ ਸਰਕਾਰਾਂ ਨੂੰ ਬਾਂਹ ਫੜਨੀ ਚਾਹੀਦੀ ਸੀ? ਸਰ ਸਰਕਾਰਾਂ ਨੂੰ ਤਾਂ ਬਾਂਹ ਫੜਨੀ ਚਾਹੀਦੀ ਸੀ। ਜਿਹੜੀ ਕੈਪਟਨ ਸਰਕਾਰ ਕਹਿ ਰਹੀ ਹੈ ਵੋਟਾਂ ਦੇ ਜਦੋਂ ਵੋਟਾਂ ਆਉਂਦੀਆਂ ਨੇ ਉਹ ਤਾਂ ਕਹਿ ਦਿੰਦੇ ਆ ਕਿ ਵੀ ਅਸੀਂ ਘਰ ਘਰ ਵਿੱਚ ਸਰਕਾਰੀ ਨੌਕਰੀ ਦੇਵਾਂਗੇ, ਪਰ ਅੱਜ ਸਰਕਾਰੀ ਨੌਕਰੀ ਤਾਂ ਦੇ ਨਹੀਂ ਰਹੇ ਹੈਗੇ। ਜਿਹੜੇ ਸਾਡੇ ਵਰਗੇ ਬੇਰੁਜ਼ਗਾਰ ਬੈਠੇ ਨੇਗੇ, ਕਈ ਹਾਲੇ ਕਿ ਮੇਰੇ ਤੋਂ ਵੀ ਸਪੋਰਟਸਮੈਨ ਐਂਡ ਸਟੱਡੀ ਕੀਤੇ ਹੋਏ ਬੈਠੇ ਨੇਗੇ, ਉਹਨਾਂ ਨੂੰ ਵੀ ਹਜੇ ਤੱਕ ਕੋਈ ਜੌਬ ਨਹੀਂ ਦਿੱਤੀ। ਕੀ ਕਹੋਗੇ ਸਰਕਾਰਾਂ ਕਿਉਂ ਅਜਿਹਾ ਕਿਉਂ ਨਹੀਂ? ਲੱਗਦਾ ਕਿ ਅੱਗੇ ਫਿਰ ਕੋਈ ਖਿਡਾਰੀ ਨਹੀਂ ਬਣੂਗਾ? ਮੈਨੂੰ ਤਾਂ ਇਹ ਲੱਗਦਾ ਜਿਵੇਂ ਜਿਹੜੇ ਗੈਂਗਸਟਰ ਨੇ ਸੀਗੇ, ਉਹਨਾਂ ਜਿਹੜੇ ਗੈਂਗਸਟਰ ਬਣੇ ਨੇ ਉਹ ਵੀ ਸਪੋਰਟਸਮੈਨ ਸੀਗੇ। ਕਈ ਬੱਚੇ ਉਧਰ ਨੂੰ ਅਪਣਾ ਲੈਂਦੇ ਨੇ ਕਿਉਂਕਿ ਉਹਨਾਂ ਵਿੱਚ ਜਜ਼ਬਾ ਹੁੰਦਾ ਗਾ ਉਧਰ ਨੂੰ ਜਾਣ ਦਾ, ਤੇ ਉਹ ਹਾਰ ਨਹੀਂ ਮੰਨਦੇ ਇਸ ਲਈ। ਤੇ ਫਿਰ ਹੁਣ ਕਿਸ ਤਰ੍ਹਾਂ? ਫਿਰ ਮੰਮੀ ਵੀ ਕਹਿੰਦੇ ਹੋਗੀ ਵੀ ਇੰਨਾ ਮਿਹਨਤ ਕਰਕੇ ਵੀ ਕੋਈ ਫਾਇਦਾ ਨਹੀਂ, ਫਿਰ ਕਿਸ ਤਰ੍ਹਾਂ ਕਿਵੇਂ ਚੱਲੂਗਾ? ਮੰਮਾ ਵੀ ਮੇਰੇ ਕਹਿੰਦੇ ਨੇ ਵੀ ਤੂੰ ਹੁਣ ਗੇਮ ਛੱਡ ਦੇ, ਵੀ ਜਿਹੜੇ ਇਹ ਮੈਡਲ ਐਂਡ ਸਰਟੀਫਿਕੇਟ ਟਰੋਫੀਆਂ ਜੋ ਵੀ ਨੇਗੀਆਂ ਉਹ ਕੈਪਟਨ ਸਰਕਾਰ ਦੀ ਝੋਲੀ ਵਿੱਚ ਹੀ ਪਾਇਆ ਤਾਂ ਜੋ ਉਹਨਾਂ ਨੂੰ ਖੁਸ਼ੀ ਮਿਲ ਜੇ। ਫਿਰ ਕੀ ਸੋਚਿਆ ਆਉਣ ਵਾਲੇ ਸਮੇਂ 'ਚ? ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੈਨੂੰ ਗਵਰਨਮੈਂਟ ਜੌਬ ਜਾਂ ਮੈਨੂੰ ਮਕਾਨ ਨਹੀਂ ਦਿੱਤਾ ਜਾਊਗਾ ਤਾਂ ਮੈਂ ਜਿਹੜੇ ਮੇਰੇ ਮੈਡਲ ਸਰਟੀਫਿਕੇਟ ਐਂਡ ਟਰੋਫੀਆਂ ਨੇਗੀਆਂ ਉਹ ਮੈਂ ਕੈਪਟਨ ਸਰਕਾਰ ਦੀ ਝੋਲੀ ਦੇ ਵਿੱਚ ਪਾ ਕੇ ਆਵਾਂ। ਦੁੱਖ ਤਾਂ ਹੁੰਦਾ ਹੋਵੇਗਾ, ਮਿਹਨਤ ਕਰਦੇ ਹੋ, ਫਿਰ ਘਰ ਦਾ ਕੰਮ, ਫਿਰ ਤੇ ਸਾਈਕਲਿੰਗ ਕਰਦੇ ਹੋ, ਕਿਤਨਾ ਕਿਤੇ ਹੁੰਦਾ ਤਾਂ ਹੋਵੇਗਾ ਦੁੱਖ ਵੀ, ਇੰਨਾ ਜ਼ਿਆਦਾ ਮਿਹਨਤ ਮਜ਼ਦੂਰੀ। ਸਰ ਇਹੋ ਜਿਹਾ ਗਰੀਬੀ ਦਾ ਟਾਈਮ ਹੈਗਾ ਜੀ, ਗਰੀਬੀ ਦੇ ਵਿੱਚ ਹੁਣ ਸਭ ਕੁਝ ਕਰਨਾ ਪੈਂਦਾ, ਟਾਈਮ ਨੂੰ ਵੀ ਮੈਨੇਜ ਕਰਨਾ ਪੈਂਦਾ। ਜਿਵੇਂ ਹੁਣ ਨੈਕਸਟ ਤੇ ਜਾਣਾ ਗਾ, ਨੈਸ਼ਨਲ ਖੇਡਣਾ, ਨੈਸ਼ਨਲ 'ਚ ਮੈਡਲ ਲੈਣਾ, ਉਹਦੇ ਵਾਸਤੇ ਡਾਈਟ ਦੀ ਵੀ ਲੋੜ ਹੈਗੀ, ਬਟ ਸਰਕਾਰਾਂ ਕੁਝ ਨਹੀਂ ਕਰ ਰਹੀਆਂ, ਡਾਈਟ ਤੱਕ ਵੀ ਨਹੀਂ ਦੇ ਰਹੀਆਂ ਹੈਗੀਆਂ ਬੱਚਿਆਂ ਨੂੰ। ਬਾਂਹ ਫੜਨੀ ਚਾਹੀਦੀ ਸਰਕਾਰ ਨੂੰ? ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈਗੀ। ਸਰਕਾਰ ਨੂੰ ਡਾਈਟ ਵਗੈਰਾ ਨਹੀਂ ਦਿੱਤੀ ਜਾਂਦੀ ਹੈਗੀ, ਸਰਕਾਰ ਤੋਂ ਗਵਰਨਮੈਂਟ ਜੌਬ ਵੀ ਦੇ ਦੇ ਸਰਕਾਰ, ਤਾਂ ਜੋ ਮੈਂ ਆਪਣੇ ਘਰ ਦਾ ਖਰਚ ਚਲਾ ਸਕਾਂ, ਮੈਂ ਆਪਣੀ ਡਾਈਟ ਦਾ ਖਰਚ ਚੱਕ ਸਕਾਂ, ਮੈਨੂੰ ਘਰ ਦੇ ਦਿੱਤਾ ਜਾਵੇ। ਬਿਲਕੁਲ ਬਿਲਕੁਲ ਜੀ, ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਿਹਨਤ ਮਜ਼ਦੂਰੀ ਕੀਤੀ ਜਾਂਦੀ ਆ। ਤੇ ਇਹਨਾਂ ਦੇ ਮਾਤਾ ਵੀ ਨੇ, ਉਹਨਾਂ ਨਾਲ ਵੀ ਗੱਲ ਕਰ ਲੈਣੇ ਆ, ਖੜੇ ਤੇ ਗੱਲਬਾਤ ਕਰ ਲੈਂਦੇ ਆ ਜੀ। ਕਈ ਵਾਰ ਦੁੱਖ ਨਹੀਂ ਹੁੰਦਾ ਇਸ ਗੱਲ ਦਾ ਕਿ ਲੜਕੀ ਆ, ਕਾਫੀ ਮਿਹਨਤ ਕੀਤੀ ਆ, ਪਰ ਫਿਰ ਵੀ ਬਾਵਜੂਦ ਇਸ ਦੇ ਹਾਲਾਤ ਇਹ ਆ ਕਿ ਮਜ਼ਦੂਰੀ ਕਰਨੀ ਪੈ ਰਹੀ ਆ, ਤੁਹਾਨੂੰ ਨਾਲ ਤੁਹਾਡੇ ਆ ਕੇ ਕੰਮ ਕਰਨਾ ਪੈ ਰਿਹਾ? ਦੁੱਖ ਦਾ ਹੀ ਸਾਨੂੰ ਬਹੁਤ ਜ਼ਿਆਦਾ ਹੈਗਾ। ਇਹਦੇ ਤਾਂ ਨਾ ਹੀ ਪੜਾਉਂਦੀ ਅਨਪੜ੍ਹ ਰਹਿ ਜਾਂਦੀ, ਸਾਨੂੰ ਸੁੱਖ ਤਾਂ, ਸਾਨੂੰ ਲੋਕ ਤਾਂ ਨਾ ਤਾਨੇ ਮਾਰਦੇ ਜੀ, ਨਾ ਗੇਮ ਨਾ ਕਰਵਾਉਂਦੇ, ਅਸੀਂ ਲੋਕਾਂ ਦੇ ਤਾਨੇ ਨਾ ਅਸੀਂ ਸਹਿੰਦੇ ਜੀ। ਜੇ ਸਾਡੀ ਅੱਜ ਬੇਟੀ ਨਾ ਪੜ੍ਹਦੀ ਅਸੀਂ ਹੋਰ ਕੁਝ ਕਰਵਾ ਸਕਦੇ, ਸਿਲਾਈ ਕਢਾਈ ਕਰਾ ਸਕਦੇ ਸੀਗੇ, ਨੇ ਸਿਲਾਈ ਇਹਦਾ ਕੰਮ ਗੇਮ ਦਾ ਕੀਤਾ ਜੀ। ਅਸੀਂ ਬਲਜਿੰਦਰ ਸਿੰਘਲੇ ਨੂੰ ਬਹੁਤ ਅਪੀਲਾਂ ਕੀਤੀਆਂ ਜੀ, ਸਾਡੀ ਬਲਜਿੰਦਰ ਸਿੰਘਲੇ ਨੇ ਇੱਕ ਨਹੀਂ ਸੁਣੀ ਜੀ।
ਢੀਂਡਸਾ ਸਾਹਿਬ ਕੋਲੇ ਵੀ ਅਸੀਂ ਗਏ ਜੀ, ਇਹਦੀ ਬੱਚੀ ਕੋਲੇ ਸਾਈਕਲ ਨਹੀਂ ਸੀ, ਢੀਂਡਸਾ ਸਾਹਿਬ ਨੇ ਵੀ ਸਾਡੀ ਇੱਕ ਨਹੀਂ ਸੁਣੀ ਜੀ। ਇੱਥੋਂ ਕਰਤਾਰਪੁਰੇ ਤੋਂ ਚੱਲ ਕੇ ਜੀ ਅਸੀਂ ਉਹਦੀ ਕੋਠੀ ਕੋਲੇ ਜਾਂਦੇ ਹਾਂ ਜੀ, 100 ਰੁਪਏ ਕਿਰਾਏ ਦਾ ਲੈਂਦਾ ਆਟੋ ਵਾਲਾ। ਜਦੋਂ ਅਸੀਂ ਹੱਥ ਜੋੜ ਕੇ ਮੈਂ ਕਿਹਾ ਜੀ ਸਾਡੇ ਬੱਚੀ ਨੂੰ ਇੱਕ ਮਕਾਨ ਦੇ ਦਿਓ ਜੀ, ਤੇ ਸਾਡੇ ਕੋਲੇ ਮਕਾਨ ਵੀ ਹੈ ਨਹੀਂ, ਤੇ ਮੈਨੂੰ ਮੇਰੀ ਬੱਚੀ ਨੂੰ ਜੋਬ ਦੇ ਦਿਓ। ਉਹ ਕਹਿੰਦੇ ਜੀ ਕੋਈ ਗੱਲ ਨਹੀਂ ਜੀ ਤੁਹਾਨੂੰ ਦੇਵਾਂਗੇ, ਸਾਡੀ ਬੱਚੀ ਧਿਆਨ 'ਚ ਅੱਜ ਤੱਕ ਜੀ ਜਿੱਦੇ ਦੀ ਇਹ ਗੇਮ ਕਰਦੀ ਹੈ ਜੀ ਅਸੀਂ 50 ਵਾਰ ਜਾ ਚੁੱਕੇ ਜੀ। ਸਿੰਗਲੇ ਸਾਹਿਬ ਨੇ ਸਾਨੂੰ ਇੱਕ ਨਹੀਂ ਸੁਣੀ ਹੈਗੀ ਜੀ, ਨਾ ਸਾਡੀ ਡੀਸੀ ਸਾਹਿਬ ਨੇ ਸੁਣਿਆ ਜੀ। ਡੀਸੀ ਸਾਹਿਬ ਨੂੰ ਅਸੀਂ ਅਰਜ਼ੀਆਂ ਪਾਈਆਂ ਸੀ ਵੀ ਸਾਡੇ ਕੋਲੇ ਮਕਾਨ ਨਹੀਂ, ਵੀ ਅਸੀਂ ਕਿੱਥੋਂ ਕਿਰਾਇਆ ਦੇਈਏ। ਕਿਰਾਏ ਵਾਲੇ ਤਾਂ ਹੁਣ ਮਹੀਨੇ ਬਾਅਦ ਕਹਿੰਦੇ ਨੇ ਵੀ ਸਾਨੂੰ ਕਿਰਾਇਆ ਦਿਓ। ਜਦੋਂ ਇਕੱਠੇ ਹੋ ਜਾਂਦੇ ਸਾਨੂੰ ਬਹੁਤ ਮੁਸ਼ਕਿਲ ਆ। ਜਦੋਂ ਇਹ ਬਿਮਾਰ ਹੋ ਜਾਂਦੀ ਹੈ ਸਾਨੂੰ ਇਹਦੀ ਵੀ ਦਵਾਈ ਦਾ ਖਿਆਲ ਰੱਖਣਾ ਪੈਂਦਾ ਜੀ। ਇਹਦੋਂ ਤਾਂ ਅਸੀਂ ਨਾ ਹੀ ਪੜ੍ਹਾਉਂਦੇ। ਹੁਣ ਜਿੰਨੇ ਇਹਦੇ ਮੈਡਲ ਨੇ, ਜਿਹੜੀ ਇਹਦੀ ਪੁਲ ਤੇ ਫੋਟੋ ਲੱਗੀ ਅਸੀਂ ਉਹ ਵੀ ਪੱਟ ਕੇ ਜੀ ਸਿੰਗਲੇ ਦੀ ਝੋਲੀ 'ਚ ਪਾਵਾਂਗੇ, ਨਾ ਕੈਪਟਨ ਸਾਹਿਬ ਦੀ ਝੋਲੀ 'ਚ ਪਾਵਾਂਗੇ ਵੀ ਤੁਸੀਂ ਸਾਂਭ ਲਓ ਇਹਨੂੰ, ਸਾਡੀ ਬੱਚੀ ਨਹੀਂ ਉਹ ਕਰ ਸਕਦੀ। ਵਿਧਵਾ ਤੀਵੀਆਂ ਦੀ ਸੁਣਦਾ ਨਹੀਂ ਜੀ, ਜਿਹੜੇ ਸਟਾਰ ਟਿਕਟੌਕ ਤੇ ਬਣਾ ਰਹੇ ਨੇ ਉਹਨਾਂ ਦੀ ਸੁਣਦਾ ਜੀ। ਉਹਨਾਂ ਕੋਲ ਸਭ ਕੁਛ ਆ, ਸਭ ਕੁਛ। ਸਾਡੇ ਕੋਲ ਕੁਛ ਨਹੀਂ ਤੀ, ਸਾਡੀ ਸੁਣਿਆ ਹੀ। ਸਾਡੇ ਘਰ ਦੇ ਵਿੱਚ ਕੋਈ ਬਹੁਤ ਹਾਲਾਤ ਮਾੜੇ ਨਹੀਂ, ਨਾ ਮੇਰੇ ਬੇਟੇ ਨੂੰ ਨੌਕਰੀ ਮਿਲਦੀ ਆ, ਨਾ ਮੇਰੀ ਬੇਟੀ ਨੂੰ ਮਿਲਦੀ ਆ, ਨਾ ਮੈਨੂੰ ਮਿਲਦੀ ਆ ਫਿਰਦੇ ਦਿਹਾੜੀਆਂ ਕਰਦੇ 200-250 ਨਾਲ ਕੀ ਗੁਜ਼ਾਰਾ ਹੁੰਦਾ ਜੀ। ਆਟਾ ਦਾਲਾਂ ਫੜਾ ਦਿੰਦੇ ਨੇ ਵੀ ਲੈ ਖਾ ਲਓ, ਸੁੰਡ ਪਾਏ ਹੁੰਦੇ ਨੇ ਆਟੇ 'ਚ, ਛੋਲੇ ਦੇ ਦਿੰਦੇ ਨੇ ਵੀ ਲੈ ਖਾ ਲਓ। ਪਾਣੀ 'ਚ ਭਿਉਂ ਕੇ ਜਵਾਕਾਂ ਨੂੰ ਦਾਲਾਂ ਬਣਾ ਕੇ ਖਾ ਲਈਏ। ਉਹਨਾਂ ਦੇ ਜਵਾਕ ਨੇ ਜਿਨ੍ਹਾਂ ਦੇ ਫਲ ਫਰੂਟ ਚੱਲਦੇ ਨੇ। ਸਿੰਗਲਾ ਸਾਹਿਬ ਆਪਦੇ ਬੱਚਿਆਂ ਨੂੰ ਇੱਕ ਦਿਨ ਦਿਹਾੜੀ ਕਰਾ ਕੇ ਦੇਖੇ ਵੀ ਕਿੰਨਾ ਔਖਾ ਦਿਹਾੜੀ ਦੇ ਵਿੱਚ ਦਿਹਾੜੀ ਕਰਨੀ, ਧੁੱਪ ਦੇ ਵਿੱਚ ਇੱਕ ਦਿਨ ਬੱਚਿਆਂ ਨੂੰ ਤੋਰ ਕੇ ਦੇਖੇ ਸਿੰਗਲਾ ਸਾਹਿਬ ਨੂੰ। ਫਿਰ ਅਸੀਂ ਪੁੱਛੀਏ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਸਿੰਗਲਾ ਸਾਹਿਬ ਹੱਥ ਜੋੜ ਕੇ ਬੇਨਤੀਆਂ ਕਰਦਾ ਵੀ ਅਸੀਂ ਘਰ ਵਿੱਚ ਨੌਕਰੀ ਦੇਵਾਂਗੇ। ਨਾ ਬੇਟੇ ਨੂੰ ਨੌਕਰੀ, ਨਾ ਕੁੜੀ ਨੂੰ ਨੌਕਰੀ, ਕਿਸੇ ਨੂੰ ਵੀ ਨੌਕਰੀ ਦਿੱਤੀ ਹੈ ਜੀ ਕੈਪਟਨ ਸਰਕਾਰ ਨੇ ਵੀ। ਹਜੇ ਕਹਿ ਦਿੰਦੇ ਬੇਟੀ ਪੜ੍ਹਾਓ ਬੇਟੀ ਬਚਾਓ। ਬੇਟੀ ਪੜ੍ਹਾ ਕੇ ਕੀ ਕਰਨਾ, ਸਭ ਕਦੀ ਜੰਮਦੀਆਂ ਨੂੰ ਮਾਰ ਦਈਏ। ਇਦੋਂ ਤਾਂ ਸਖਾਲੇ ਅਸੀਂ ਹੋ ਜਾਈਏ ਜੀ। ਆਹ ਤਾਂ ਨਾ ਸਾਨੂੰ ਦਿਨ ਦੇਖਣੇ ਪੈਣ ਜੀ, ਨਾ ਸਾਨੂੰ ਜਸਵੀਰ ਕਿਸੇ ਵੱਲੋਂ ਸਾਨੂੰ ਸਹਾਇਤਾ ਨਹੀਂ ਮਿਲੀ ਜੀ। ਦੁੱਖ ਇੱਕ ਮਾਂ ਦਾ ਦੁੱਖ ਆ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਕਿਸੇ ਆਗੂ ਨੇ ਸਾਰ ਨਹੀਂ ਲਈ, ਜਿਸ ਕਰਕੇ ਅੱਜ ਉਹਨਾਂ ਨੂੰ ਇਹ ਹਾਲਾਤਾਂ ਦੇ ਵਿੱਚ ਦੀ ਗੁਜ਼ਰਨ ਦੀ ਮਜਬੂਰ ਹੋਣਾ ਪੈ ਰਿਹਾ। ਸਾਡੇ ਨਾਲ ਇੱਕ ਹੋਰ ਸ਼ਖਸ ਨੇ, ਕੀ ਕਹੋਗੇ ਤੁਸੀਂ? ਸਾਰੀ ਕਹਾਣੀ ਸੁਣੀ ਆ, ਦੇਖੀ ਆ, ਧੁੱਪ ਦੇ ਵਿੱਚ ਮਿਹਨਤ ਕਰ ਰਹੀ ਹੈ ਬੱਚੀ, ਖਿਡਾਰਨ ਇੱਕ ਨਾਮਵਰ ਆ, ਫੋਟੋ ਵੀ ਇੱਕ ਵੱਡੀ ਸਾਰੀ ਜਿਹੜੀ ਹੈਗੀ ਆ ਬਣਾਈ ਹੋਈ ਆ ਤਾਂ ਜੋ ਲੋਕ ਇੰਸਪਾਇਰ ਹੋ ਸਕਣ, ਪਰ ਕੀ ਕਹੋਗੇ? ਇੱਥੇ ਕੈਪਟਨ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈਗੀ। ਇੱਕ ਪੜ੍ਹਿਆ ਲਿਖਿਆ ਬੱਚਾ, ਚਲੋ ਮਜ਼ਦੂਰੀ ਕੋਈ ਮਾੜੀ ਨਹੀਂ ਹੈਗੀ, ਮਜ਼ਦੂਰੀ ਕਰਦੇ ਨੇ, ਆਪਦਾ ਢਿੱਡ ਪਾਲ ਪਰੋਛਾਂ ਕਰਦੇ ਨੇ, ਪਰ ਇਹੋ ਜਿਹੇ ਬੱਚਿਆਂ ਨੂੰ ਕੈਪਟਨ ਨੂੰ ਸਰਕਾਰ ਨੂੰ ਨੇੜੇ ਹੋ ਕੇ ਸੁਣਨੀ ਚਾਹੀਦੀ ਹੈਗੀ। ਜਿਵੇਂ ਕਿ ਮਾਂ ਨੇ ਔਰ ਬੱਚੀ ਨੇ ਇਹੋ ਜਿਹਾ ਦੁੱਖ ਦੱਸਿਆ ਹੈਗਾ, ਆਪ ਨੂੰ ਵੀ ਬੜਾ ਦੁੱਖ ਲੱਗਦਾ ਹੈਗਾ ਵੀ ਬੱਚਿਆਂ ਨੂੰ ਪੜ੍ਹਾ ਕੇ ਕੀ ਕਰੂ ਅੱਜ ਕੱਲ੍ਹ। ਤੇ ਮੈਂ ਕਹਿੰਦਾ ਕੋਈ ਬੱਚੇ ਦੀ ਪੜ੍ਹੇ ਲਿਖੇ ਦੀ ਕੋਈ ਕਦਰ ਨਹੀਂ ਹੈਗੀ। ਲੱਗਦਾ ਕਿ ਸਰਕਾਰ ਕਹਿ ਰਹੀ ਘਰ ਨੌਕਰੀ, ਬਿਲਕੁਲ ਨਹੀਂ ਜੀ, ਬਿਲਕੁਲ ਹਰ ਫਰੰਟ ਤੇ ਸਰਕਾਰ ਫੇਲ ਹੋ ਚੁੱਕੀ ਹੈਗੀ। ਘਰ ਨੌਕਰੀ ਦੀ ਕੀ ਗੱਲਾਂ ਕਰਦੇ ਨੇ, ਬੱਚਿਆਂ ਕੰਨੀ ਆ ਕੇ ਦੇਖਣ ਇੱਥੇ ਖੇਤਾਂ 'ਚ ਕਿਹੋ ਜਿਹੇ ਮਿਹਨਤ ਮਨਜ਼ੂਰੀ ਵਿਚਾਰੇ ਕਰ ਰਹੇ ਨੇਗੇ। ਬਹੁਤ ਦੁੱਖ ਲੱਗ ਰਿਹਾ ਜੀ ਇਹ ਦੇਖਣ ਨੂੰ। ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਸਰਕਾਰਾਂ ਨੂੰ ਬਾਂਹ ਫੜਨੀ ਚਾਹੀਦੀ ਆ। ਤੇ ਇੱਕ ਮਾਂ ਨੇ ਕਿਹਾ ਕਿ ਇੱਕ ਸਟਾਰ ਜਾਂ ਫਿਰ ਸੋਸ਼ਲ ਮੀਡੀਆ ਤੇ ਕੁਝ ਟਿਕਟੌਕ ਸਟਾਰ ਹੋਣ ਜਾਂ ਫਿਰ ਹੋਰ ਸਟਾਰ ਹੋਣ, ਉਹਨਾਂ ਤੱਕ ਸਰਕਾਰ ਆਸਾਨੀ ਨਾਲ ਪਹੁੰਚਦੀ ਆ, ਆਸਾਨੀ ਨਾਲ ਉਹਨਾਂ ਤੱਕ ਮਦਦ ਪਹੁੰਚਾ ਦਿੰਦੀ ਆ, ਪਰ ਜਿਹੜੀ ਇੱਕ ਲੋੜਵੰਦ ਲੜਕੀ ਆ, ਲੋੜਵੰਦ ਪਰਿਵਾਰ ਆ, ਉਹਨਾਂ ਤੱਕ ਸਰਕਾਰ ਦੀ ਕੋਈ ਰਾਹਤ ਜਾਂ ਕੋਈ ਨਜ਼ਰ ਨਹੀਂ ਜਾਂਦੀ, ਜਿਸ ਕਰਕੇ ਹਾਲਾਤ ਇੱਥੋਂ ਤੱਕ ਹੋ ਚੁੱਕੇ ਨੇ ਕਿ ਇਹਨਾਂ ਨੂੰ ਆਪਣਾ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਮਿਹਨਤ ਮਜ਼ਦੂਰੀ ਕਰਨੀ ਪੈ ਰਹੀ ਹੈ। ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਭਾਂਡੇ ਮਾਂਜਣ ਲਈ ਮਜਬੂਰ ਹੋਣਾ ਪੈ ਰਿਹਾ। ਹਾਲਾਂਕਿ ਇੱਕ ਲੜਕੀ ਪੰਜਾਬ ਵਿੱਚੋਂ 골ਡ ਮੈਡਲ ਜਿੱਤ ਕੇ ਲੈ ਕੇ ਆਈ ਹੈ ਤੇ ਨੈਸ਼ਨਲ ਵੀ ਖੇਡ ਕੇ ਝੋਲੀ ਪਾ ਸਕਦੇ ਸੀ 골ਡ ਮੈਡਲ, ਪਰ ਸੁੱਕੀਆਂ ਰੋਟੀਆਂ ਖਾ ਕੇ ਨੈਸ਼ਨਲ ਖੇਡ ਕੇ 골ਡ ਮੈਡਲ ਲੈਣਾ ਇੰਨਾ ਆਸਾਨ ਨਹੀਂ। ਸੁੱਕੀਆਂ ਰੋਟੀਆਂ ਖਾ ਕੇ ਪੰਜਾਬ 'ਚ 골ਡ ਮੈਡਲ ਲੈ ਕੇ ਇੱਕ ਬੱਚੀ ਨੇ ਪੰਜਾਬ ਦਾ ਹੀ ਨਹੀਂ ਬਲਕਿ ਜ਼ਿਲ੍ਹਾ ਸੰਗਰੂਰ ਦਾ ਵੀ ਨਾਂ ਰੌਸ਼ਨ ਕੀਤਾ ਹੈ। ਪਰ ਉਸ ਰੌਸ਼ਨ ਕੀਤੇ ਹੋਏ ਸ਼ਹਿਰ ਤੇ ਸੂਬੇ ਦਾ ਨਾਂ ਅੱਜ ਇਹ ਲੜਕੀ ਇਸ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਹੈਗਾ ਉਹ ਕਰ ਰਹੀ ਹੈ, ਜਿਸ ਕਰਕੇ ਮਜ਼ਦੂਰੀ ਕਰਨਾ ਮਜਬੂਰੀ ਬਣ ਚੁੱਕੀ ਹੈ ਇਹਨਾਂ ਦਾ। ਹਾਲਾਂਕਿ ਖਾਬ ਸੀ ਕਿ ਸ਼ਾਇਦ ਸਟਾਰ ਬਣ ਚੁੱਕੇ ਨੇ, ਜਿੱਤ ਹਾਸਲ ਕਰ ਚੁੱਕੇ ਨੇ ਤੇ 골ਡ ਮੈਡਲ ਜਿੱਤਿਆ ਹੋਇਆ ਕਿ ਸ਼ਾਇਦ ਸਰਕਾਰ ਬਾਂਹ ਫੜੇਗੀ, ਪਰ ਹਾਲੇ ਤੱਕ ਅਜਿਹਾ ਨਹੀਂ ਹੋ ਸਕਿਆ। ਦੇਖਣਾ ਹੋਵੇਗਾ ਕਦੋਂ ਸਮੇਂ ਦੀਆਂ ਸਰਕਾਰਾਂ ਇਹਨਾਂ ਅਜਿਹੀਆਂ ਖਿਡਾਰਨਾਂ ਵੱਲ ਵੇਖਣਗੀਆਂ, ਗੌਰ ਕਰਨਗੀਆਂ, ਤਾਂ ਜੋ ਇਹਨਾਂ ਤੱਕ ਵੀ ਕੋਈ ਨਾ ਕੋਈ ਮਦਦ ਪਹੁੰਚ ਸਕੇ। ਸੰਗਰੂਰ ਤੋਂ ਕੈਮਰਾਮੈਨ ਗੁਰਪ੍ਰੀਤ ਰਾਣੂ ਦੇ ਨਾਲ ਸੁੱਖਾ ਖੇੜੀਵਾਲਾ।